ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ, ਸ਼ਾਵਾ ਟੀਵੀ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਇਸ਼ੂ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ। ਜਦੋਂ ਅਸੀਂ ਭਾਰਤ ਦੇ ਵਿੱਚੋਂ ਜੋ ਖਬਰਾਂ ਆ ਰਹੀਆਂ ਨੇ ਮੀਡੀਆ ਦੇ ਵਿੱਚ ਉਹਨਾਂ 'ਤੇ ਨਜ਼ਰ ਮਾਰਦੇ ਹਾਂ ਤਾਂ ਇੱਕ ਖਾਸ ਗੱਲ ਸਾਹਮਣੇ ਦੇਖਣ ਨੂੰ ਮਿਲੀ ਹੈ, ਇੱਕ ਖਾਸ ਡਿਵੈਲਪਮੈਂਟ ਦੇਖਣ ਨੂੰ ਮਿਲੀ ਹੈ ਕਿ ਦਿੱਲੀ ਦੇ ਵਿੱਚ ਸਥਿਤ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਵੰਦੇ ਮਾਤਰਮ ਮਹਾਵਿਦਿਆਲਿਆ ਦੇ ਨਾਮ ਦੇ ਉੱਪਰ ਤਬਦੀਲ ਕਰਨ ਦਾ ਜਿਹੜਾ ਮਤਾ ਹੈ ਉਹ ਪਾਸ ਕਰ ਦਿੱਤਾ ਗਿਆ, ਜਿਹੜੀ ਦਿਆਲ ਸਿੰਘ ਕਾਲਜ ਟਰਸਟ ਸੁਸਾਇਟੀ ਵੱਲੋਂ। ਦਿਆਲ ਸਿੰਘ ਇੱਕ ਮਹਾਨ ਜਿਹੜੇ ਸ਼ਖਸੀਅਤ ਨੇ ਇਤਿਹਾਸ ਦੇ ਵਿੱਚ ਉਹ ਹੋਏ ਆ ਬ੍ਰਿਟਿਸ਼ਰਸ ਦੇ ਵਿੱਚ, ਜਿਨ੍ਹਾਂ ਨੇ ਆਪਣੀ ਜਿਹੜੀ ਲੈਂਡ ਸੀ, ਆਪਣੀ ਜਿਹੜੀ ਜਾਇਦਾਦ ਸੀ ਉਹ ਡੋਨੇਟ ਕੀਤੀ ਸੀ ਤੇ ਇਹ ਜਿਹੜਾ ਕਾਲਜ ਸੀ ਉਸੇ ਟਰਸਟ ਦੇ ਅਧੀਨ ਬਣਿਆ ਸੀ। ਸੋ ਇਸ ਦਾ ਜਿਹੜਾ ਨਾਮ ਤਬਦੀਲ ਕਰਨਾ, ਇਸ ਨੂੰ ਅੱਜ ਇੱਕ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਹਦਾ। ਖਾਸ ਤੌਰ ਤੇ ਜਦੋਂ ਅਸੀਂ ਸਿੱਖ ਸਫਾਂ ਦੇ ਵਿੱਚ ਗੱਲ ਕਰਦੇ ਹਾਂ, ਇਹਦੇ ਵਿੱਚ ਕਈ ਜਥੇਬੰਦੀਆਂ ਦੇ SGPC ਤੋਂ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਮ ਸ਼ਾਮਲ ਨੇ ਤੇ ਨਾਲ ਜਦੋਂ ਅਸੀਂ ਓਵਰਆਲ ਦੇਖਦੇ ਹਾਂ ਕਿਤੇ ਨਾ ਕਿਤੇ ਇਹਦਾ ਜਿਹੜਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਿਆ ਰੱਖਣਾ, ਇਹਨੂੰ ਕਿਤੇ ਨਾ ਕਿਤੇ ਜਿਹੜਾ ਭਗਵਾਂਕਰਨ ਕੀਤਾ ਜਾ ਰਿਹਾ ਹੈ, ਐਜੂਕੇਸ਼ਨ ਦਾ ਸੈਫਰਨਾਈਜੇਸ਼ਨ ਕੀਤੀ ਜਾ ਰਹੀ ਹੈ ਕੁਝ ਚਿੰਤਕਾਂ ਵੱਲੋਂ, ਉਸ ਪਾਰਟ ਦੇ ਨਾਲ ਵੀ ਇਸ ਮੂਵ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਸੋ ਇਹ ਓਵਰਆਲ ਕੀ ਸਥਿਤੀ ਬਣੀ ਹੋਈ ਹੈ, ਇਤਿਹਾਸ ਨਾਲ ਛੇੜਛਾੜ ਦੀ ਇਹ ਲਾਈਨ, ਕੀ ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ, ਦੁਬਾਰਾ ਲਿਖਿਆ ਜਾ ਰਿਹਾ ਹੈ, ਤੇ ਜਿਹੜੀ ਐਜੂਕੇਸ਼ਨ ਹੈ ਕੀ ਉਹਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ, ਇਹਨਾਂ ਕੁਝ ਸਵਾਲਾਂ ਦੇ ਨਾਲ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹਦੀ ਸ਼ੁਰੂਆਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਹੜਾ ਇਹ ਮੂਵ ਸੁਸਾਇਟੀ ਵੱਲੋਂ ਕੀਤਾ ਗਿਆ ਨਾਮ ਤਬਦੀਲ ਕਰਨ ਦਾ, ਹਾਲਾਂਕਿ ਇੱਦਾਂ ਦੀਆਂ ਐਗਜ਼ਾਮਪਲਸ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ, ਉਹਨਾਂ 'ਤੇ ਡਿਸਕਸ਼ਨਸ ਵੀ ਕਰ ਚੁੱਕੇ ਹਾਂ। ਜਦੋਂ ਕਿਸੇ ਸੜਕ ਦਾ ਨਾਮ ਤਬਦੀਲ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਹੋਰ ਸਮਾਰਕ ਦਾ ਨਾਮ ਜਿਹੜਾ ਹੈ ਉਹ ਪੁਰਾਤਨ ਜਿਹੜਾ ਉਹਦਾ ਓਰੀਜਨਲ ਨਾਮ ਸੀ ਉਹਦਾ ਨਾਮ ਬਦਲ ਕੇ ਕਈ ਵਾਰ ਕਿਸੇ RSS ਦੇ ਲੀਡਰ ਦੇ ਨਾਮ ਦੇ ਉੱਪਰ ਜਾਂ ਕਿਸੇ ਹੋਰ ਬੰਦੇ ਦੇ ਨਾਮ ਦੇ ਉੱਪਰ ਕਰ ਦਿੱਤਾ ਜਾਂਦਾ। ਸੋ ਜਿਹੜੀ ਇਹ ਇੱਕ ਵਿਉਂਤਬੰਦੀ ਚੱਲ ਰਹੀ ਹੈ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਜਦੋਂ ਅਸੀਂ ਦਿਆਲ ਸਿੰਘ ਦੀ ਲੈਗੇਸੀ ਦੀ ਗੱਲ ਕਰਦੇ ਹਾਂ, ਉਹਦਾ ਅੱਜ ਨਾਮ ਬਦਲ ਕੇ ਜਿਹੜਾ ਵੰਦੇ ਮਾਤਰਮ ਮਹਾਵਿਦਿਆਲਿਆ ਕਰਨਾ, ਇਹ ਮੂਵ ਕੀ ਮਾਇਨੇ ਰੱਖਦਾ ਹੈ? ਖਾਸ ਤੌਰ ਤੇ ਜਦੋਂ ਅਸੀਂ ਦਿੱਲੀ ਦੇ ਵਿੱਚ ਗੱਲ ਕਰਦੇ ਹਾਂ, ਕੀ ਇਹਨੂੰ ਐਜੂਕੇਸ਼ਨ ਦੇ ਸੈਫਰਨਾਈਜੇਸ਼ਨ ਕਰਨ ਦੇ ਐਂਗਲ ਤੋਂ ਦੇਖਿਆ ਜਾ ਸਕਦਾ ਹੈ? ਕਿਹਾ ਜਾ ਸਕਦਾ ਹੈ ਵੀ ਇਹ ਜਿਹੜਾ ਐਜੂਕੇਸ਼ਨ ਹੈ ਉਹਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ? ਅਮਰਵੀਰ ਜੀ, ਇਹ ਦਿਆਲ ਸਿੰਘ, ਸਰਦਾਰ ਦਿਆਲ ਸਿੰਘ ਮਜੀਠੀਆ ਸਾਹਿਬ ਦਾ ਜਿਹੜਾ ਇਤਿਹਾਸ ਹੈ ਔਰ ਜੋ ਉਹਨਾਂ ਨੇ ਦੇਸ਼ ਵਾਸਤੇ, ਕੌਮ ਵਾਸਤੇ ਕੰਮ ਕੀਤੇ ਨੇ, ਉਹਨਾਂ ਦੇ ਕੰਮਾਂ ਨੂੰ ਸਾਰੇ ਸੰਸਾਰ ਜਾਣਦਾ ਹੈ ਜੀ, ਔਰ ਇਹ ਚੰਗੀ ਤਰ੍ਹਾਂ ਲੋਕ ਜਾਣਦੇ ਨੇ। ਇਹ ਛੋਟੀ ਮੋਟੀ ਮੂਵ ਨਹੀਂ ਹੈ। ਇਹ ਹਿੰਦੁਸਤਾਨ ਦੇ ਵਿੱਚ ਪਹਿਲੇ ਇਹਨਾਂ ਨੇ ਕ੍ਰਿਸਚਨ ਲੋਕਾਂ ਦੇ ਨਾਲ ਚਰਚਾ ਤੇ ਉਹਨਾਂ ਦੇ ਚਰਚ ਜਿਹੜੇ ਸੀ ਉਹਨਾਂ ਤੇ ਪਿਛਲੇ ਦਿਨੀ ਹਮਲੇ ਕੀਤੇ ਔਰ ਉਸ ਤੋਂ ਬਾਅਦ ਇਹਨਾਂ ਨੇ ਮੁਸਲਮਾਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਧਰਮ ਪਰਿਵਰਤਨ ਦੇ ਨਾਂ ਤੇ ਔਰ ਗਊ ਰਕਸ਼ਾ ਦੇ ਨਾਂ ਤੇ। ਇਹ ਹਾਲੀ ਵੀ ਹਮਲੇ ਮੁਸਲਮਾਨ ਭਰਾਵਾਂ ਤੇ ਥਾਂ ਥਾਂ ਹੋ ਰਹੇ ਨੇ ਜੀ। ਇਹ ਹੁਣ ਵਾਰੀ ਜਿਹੜੀ ਹੈ ਉਹ ਸਿੱਖਾਂ ਵੱਲ ਇਹਨਾਂ ਨੇ ਰੁਖ ਕਰ ਲਿਆ, ਇਹਨਾਂ ਨੇ ਸਿੱਖਾਂ ਵੱਲ ਹੁਣ ਰੁਖ ਕਰ ਲਿਆ। ਇਹ ਜਿਹੜੀ ਸ਼ੁਰੂਆਤ ਹੈ ਨਾ, ਇਹ ਕੋਈ ਗਵਰਨਿੰਗ ਬਾਡੀ ਦੇ ਨੋਮੀਨੇਟ ਮੈਂਬਰਾਂ ਦੀ ਹਿੰਮਤ ਨਹੀਂ ਹੈ। ਇਹ ਤੇ ਵਿਚਾਰੇ ਜਮਹੂਰੇ ਨੇ, ਸਰਕਾਰਾਂ ਨੇ ਹੀ ਇਹਨਾਂ ਨੂੰ ਥਾਪ ਰੱਖਿਆ ਹੈ ਗਵਰਨਿੰਗ ਬਾਡੀ ਦਾ ਚੇਅਰਮੈਨ ਜੀ, ਔਰ ਸਰਕਾਰਾਂ ਨੇ ਹੀ ਗਵਰਨਿੰਗ ਬਾਡੀ ਬਣਾ ਰੱਖੀ ਹੈ। ਇਹਨਾਂ ਵਿਚਾਰਿਆਂ ਦੇ ਹੱਥ ਪੱਲੇ ਕੁਝ ਨਹੀਂ ਹੁੰਦਾ।
ਇੱਥੇ ਇੱਕ ਕਿਸਮ ਦੀ ਨੌਕਰੀ ਕਰ ਰਹੇ ਹੁੰਦੇ ਨੇ ਔਰ ਸਰਕਾਰ ਵੱਲੋਂ ਥਾਪੇ ਗਏ ਨੇ, ਨੋਮੀਨੇਟ ਕੀਤੇ ਗਏ ਨੇ। ਜੀ ਤੁਸੀਂ 2 ਸਾਲ ਵਾਸਤੇ ਚੇਅਰਮੈਨ ਹੋ, ਤੁਸੀਂ ਗਵਰਨਿੰਗ ਬਾਡੀ 2 ਸਾਲਾਂ ਵਾਸਤੇ, 3 ਸਾਲਾਂ ਬਾਅਦ ਇੱਕ ਗਵਰਨਿੰਗ ਬਾਡੀ ਹੈ, ਫਿਰ ਦੂਸਰੀ ਗਵਰਨਿੰਗ ਬਾਡੀ ਆ ਜਾਂਦੀ ਹੈ। ਇਹ ਲੋਕਾਂ ਦੇ ਹੱਥ ਕੁਛ ਨਹੀਂ। ਇਹ ਇੱਕ ਵੈਲ ਪਲਾਨ, ਵੈਲ ਆਰਗੇਨਾਈਜ਼ਡ ਮੂਵ ਹੈ। ਇਹ ਬੀਜੇਪੀ RSS ਵੱਲੋਂ, ਔਰ ਉਹਨਾਂ ਨੇ ਹੁਣ ਸਿੱਖਾਂ ਦਾ ਬੁਖਾਰ ਚੈੱਕ ਕੀਤਾ ਜੀ। ਇਹਨਾਂ ਨੇ ਥੱਪੜ ਮਾਰੋ ਥੋੜਾ ਜਿਹਾ, ਹਲਕਾ ਜਿਹਾ, ਔਰ ਸਿੱਖਾਂ ਦਾ ਤੁਸੀਂ ਬੁਖਾਰ ਦੇਖੋ ਕਿਤਨਾ ਇਹਨਾਂ 'ਚ ਬੁਖਾਰ ਹੈ, ਕਿੰਨਾ ਕੁ ਰਿਐਕਟ ਕਰਦੇ ਨੇ, ਕਿਤਨਾ ਵਿਰੋਧ ਕਰਦੇ ਨੇ, ਕਿਤਨੀ ਹਿੰਮਤ ਹੈ ਇਹਨਾਂ 'ਚ ਔਰ ਕਿਤਨੀ ਤਾਕਤ ਹੈ ਇਹਨਾਂ 'ਚ। ਇਹ ਇੱਕ ਸ਼ੁਰੂਆਤ ਹੈ RSS ਔਰ BJP ਦੀ। ਜੀ ਗਵਰਨਿੰਗ ਬਾਡੀ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਬਾਡੀ ਜਿਹੜੀ ਹੈ, ਉਹਨਾਂ ਦੇ ਸਾਹਮਣੇ ਉਹਨਾਂ ਦਾ ਚੇਅਰਮੈਨ ਜਾਂ ਗਵਰਨਿੰਗ ਬਾਡੀ ਦੇ ਮੈਂਬਰ ਇੱਕ ਮੋਹਰਾ ਨੇ। ਇਹ ਫਰੰਟ ਤੇ ਇਹ ਲੋਕ ਨੇ ਗਵਰਨਿੰਗ ਬਾਡੀ ਜੀ। ਇਸਦੇ ਪਿੱਛੇ ਜਿਹੜੀ ਸਟ੍ਰੈਟਜੀ ਹੈ ਉਹ ਉਹਨਾਂ ਦਾ RSS ਦਾ ਥਿੰਕ ਟੈਂਕ ਕੰਮ ਕਰਦਾ ਹੈ, BJP ਕੰਮ ਕਰਦੀ ਹੈ और हुकूमत की खामोश सहमति है। ठीक है करो, देखो इनको भी देखो, सरदारों को इनके अंदर कितना बुखार है। क्योंकि ज्यादा मोदी सरकार आई है इस देश दे विच RSS और BJP ने एक प्रचार करना शुरू कर दिता है अंदर ही अंदर। भाई 1000 साल बाद एक हिंदू राजा आया, साडे कोल हुण राष्ट्रपति अपना जी, साडे कोल हुण प्रधानमंत्री अपना है, साडे कोल उप राष्ट्रपति अपना है, साडे को सारे जितने भी गवर्नर ने सारे RSS दे ने, साडे को सारी ब्यूरोक्रेसी साडी सोच के मुताबिक हुण काम कर रही है और साडे ही वो बंदे ने। इस करके हुण 1000 साल बाद हिंदू राजा आया है और ये जिहड़ा इन्होंने बना रहे ने हिंदू राष्ट्र बनाने की तरफ वध रहे ने जी। पर हिंदू राष्ट्र बने या ना बने, पर देश के टुकड़े जरूर करा देंगे। सिखां दे विच गुस्सा गुस्से की लहर फैला के जरूर मैं बड़े स्पष्ट लफ्ज़ां तुहानूं कहदा, हिंदू राष्ट्र बने या ना बने पर खालिस्तान जरूर बनाने वास्ते सिखां नूं प्रेरित करनगे। क्योंकि ये जिहड़ा दियाल सिंह मजीठिया ट्रस्ट नूं ही ਦੇ ਲੋਕਾਂ ਨੇ ਸਿਰਫ ਕਾਲਜ ਦਾ ਨਾਂ ਨਹੀਂ ਬਦਲਿਆ ਜੀ, ਇੱਕ ਹਮਲਾ ਕੀਤਾ ਹੈ ਸਿੱਖ ਕੌਮ ਤੇ। ਕਿਉਂਕਿ ਸਰਦਾਰ ਦਿਆਲ ਸਿੰਘ ਮਜੀਠੀਆ ਪ੍ਰੋਮੀਨੈਂਟ ਸਿੱਖ ਸਨ ਔਰ ਉਹਨਾਂ ਦਾ ਬੜਾ ਨਾਂ ਸੀਗਾ, ਉਹਨਾਂ ਦੀ ਬੜੀ ਕੁਰਬਾਨੀ ਸੀਗੀ। ਇਹਨਾਂ ਨੇ ਸਿਰਫ ਦਿਆਲ ਸਿੰਘ ਕਾਲਜ ਨੂੰ ਕਿਉਂ ਚੁਣਿਆ? ਇਹਨਾਂ ਨੇ ਅਗਰ ਵੰਦੇ ਮਾਤਰਮ ਦੇਸ਼ ਭਗਤੀ ਦੇ ਨਾਂ ਦੇ ਨਾਲ ਖੜਾ ਕਰ ਦਿੱਤਾ ਕਿ ਸਿੱਖ ਕੀ ਵੰਦੇ ਮਾਤਰਮ ਦਾ ਵਿਰੋਧ ਕਰਦੇ ਨੇ। ਤੇ ਮੈਂ ਕੁਝ ਦਿਨ ਪਹਿਲੇ ਇੱਕ ਸੈਮੀਨਾਰ ਬੋਲ ਰਿਹਾ ਸੀਗਾ ਤੇ ਮੈਂ ਕਹਿ ਰਿਹਾ ਸੀਗਾ ਜੇ ਸਾਹਮਣੇ ਆ ਜਾਏ ਦੇਸ਼ ਪਹਿਲੇ ਹੈ ਜਾਂ ਧਰਮ ਪਹਿਲੇ ਹੈ ਜੀ, ਸਾਡੇ ਕੋਲ ਜਦ ਇਹ ਸਵਾਲ ਆ ਜਾਂਦਾ ਹੈ ਕਿ ਦੇਸ਼ ਪਹਿਲੇ ਹੈ ਜਾਂ ਧਰਮ ਪਹਿਲੇ ਹੈ ਤੇ ਫਿਰ ਇਹਦੇ ਮਾਇਨੇ ਬੜੇ ਦੂਸਰੇ ਨਿਕਲਦੇ ਨੇ ਜੀ। ਤੇ ਅਸਲ ਦੇ ਵਿੱਚ ਗੱਲ ਏਦਾਂ ਹੈ ਕਿ ਸਿੱਖਾਂ ਨੂੰ ਇਹ ਚਿੜਾਉਣ ਵਾਸਤੇ, ਸਿੱਖਾਂ ਨੂੰ ਡਰਾਉਣ ਵਾਸਤੇ, ਸਿੱਖਾਂ ਨੂੰ ਧਮਕਾਉਣ ਵਾਸਤੇ ਔਰ ਸਿੱਖਾਂ ਨੂੰ ਇਹ ਅਹਿਸਾਸ ਕਰਾਉਣ ਵਾਸਤੇ ਕਿ ਦੇਖੋ ਅਸੀਂ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਦਿੱਤਾ ਹੈ, ਤੁਸੀਂ ਕੁਝ ਨਹੀਂ ਕੀਤਾ ਔਰ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਰ ਦਿੱਤਾ। ਹੁਣ ਇਹਨਾਂ ਨੇ ਇਤਨਾ ਵੱਡਾ ਜਿਹੜਾ ਸਟੈਂਡ ਲਿਆ ਹੈ, ਇਸ ਸਟੈਂਡ ਦੇ ਵਾਸਤੇ ਸਿਰਫ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਦੇਣ ਨਾਲ ਗੱਲ ਨਹੀਂ ਬਣਦੀ ਜੀ। ਥਾਣੇਦਾਰ ਦੀ ਕੀ ਹਿੰਮਤ ਹੈ ਕਿ ਗਵਰਨਿੰਗ ਬਾਡੀ ਦੇ ਖਿਲਾਫ ਉਹ ਸ਼ਿਕਾਇਤ ਜਿਹੜੀ ਹੈ ਉਸ ਤੇ ਉਹ ਕਾਰਵਾਈ ਕਰੇਗਾ? ਉਹ ਕਰ ਹੀ ਨਹੀਂ ਸਕਦਾ। ਅਸੀਂ ਕਿਸੇ ਵਾਈਸ ਚਾਂਸਲਰ ਨੂੰ ਅਗਰ ਚਿੱਠੀ ਲਿਖ ਦਈਏ ਉਹਨੇ ਵੀ ਗੱਲ ਨਹੀਂ ਕਰ ਸਕਦਾ ਕਿਉਂਕਿ ਵਾਈਸ ਚਾਂਸਲਰ ਵੀ ਨੋਮੀਨੇਟ ਤਾਂ ਸਰਕਾਰ ਨੇ ਕੀਤਾ ਹੈ। ਅਸਲ ਦੇ ਵਿੱਚ ਇਹ ਕਾਰਵਾਈ ਜਿਹੜੀ ਹੈ ਬੜੇ ਉੱਚੇ ਲੈਵਲ ਤੇ ਹੋਈ ਹੈ, ਬੜੇ ਉੱਚੇ ਲੈਵਲ। RSS ਦਾ ਜਿਹੜਾ ਵੱਡਾ ਲੀਡਰਸ਼ਿਪ ਹੈ, BJP ਦੀ ਜਿਹੜੀ ਵੱਡੀ ਲੀਡਰਸ਼ਿਪ ਹੈ, ਸਰਕਾਰ ਦੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੀ ਸਹਿਮਤੀ ਦੇ ਨਾਲ
ਇਹ ਨਾਂ ਬਦਲਿਆ ਗਿਆ ਜੀ ਜੀ ਬੱਬਰ ਸਾਹਿਬ, ਬਿਲਕੁਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਸਾਰੇ ਵਰਤਾਰੇ ਦੇ ਵਿੱਚੋਂ ਜਿਹੜੀ ਹਿੰਦੂਤਵਾਦੀ ਝਲਕ ਹੈਗੀ ਹੈ ਉਹ ਦੇਖਣ ਨੂੰ ਮਿਲਦੀ ਹੈ। ਇੱਕ ਹੋਰ ਪਾਰਟ ਜਦੋਂ ਅਸੀਂ ਦੇਖਦੇ ਹਾਂ, ਇੱਕ ਨੁਕਤਾ ਇਹਦੇ ਵਿੱਚ ਦੇਖਣ ਨੂੰ ਮਿਲਦਾ ਹੈ, ਕਿਉਂਕਿ ਜਦੋਂ ਅਸੀਂ ਦਿਆਲ ਸਿੰਘ ਮਜੀਠੀਆ ਦੀ ਗੱਲ ਕਰਦੇ ਹਾਂ, ਜੋ ਉਹਨਾਂ ਨੇ ਡੋਨੇਸ਼ਨਸ ਦਿੱਤੀਆਂ, ਟਰਸਟ ਬਣਾਇਆ, ਉਹਦਾ ਇੱਕ ਪਾਰਟ ਜਿੱਥੇ ਇੱਧਰਲੇ ਪੰਜਾਬ ਦੇ ਵਿੱਚ ਜਾਂ ਇੱਧਰਲੀ ਸਾਈਡ ਤੇ ਹੈਗਾ, ਉੱਧਰ ਲਾਹੌਰ ਦੇ ਵਿੱਚ ਵੀ ਉਹੀ ਪਾਰਟ ਉਹਨਾਂ ਦਾ ਦੇਖਣ ਨੂੰ ਮਿਲਦਾ। ਤਾਂ ਜਿਵੇਂ ਭਾਰਤ ਸਰਕਾਰ ਵੱਲੋਂ ਇੱਕ ਪਾਸੇ ਪਾਕਿਸਤਾਨ ਨੂੰ ਹਰ ਐਂਗਲ ਤੋਂ, ਹਰ ਨੁਕਤੇ ਤੋਂ ਭੰਡਿਆ ਜਾਂਦਾ, ਪਰ ਜਦੋਂ ਅੱਜ ਇਸ ਇਸ਼ੂ ਦੇ ਉੱਪਰ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਲਾਹੌਰ ਦੇ ਵਿੱਚ ਅਸੀਂ ਦੇਖਦੇ ਹਾਂ ਉੱਥੇ ਦਿਆਲ ਸਿੰਘ ਕਾਲਜ ਵੀ ਸਥਿਤ ਹੈ ਤੇ ਦਿਆਲ ਸਿੰਘ ਟਰਸਟ ਲਾਇਬ੍ਰੇਰੀ ਵੀ ਸਥਿਤ ਹੈ। ਉਹਨਾਂ ਦੇ ਨਾਮ ਵੀ ਕਿਤੇ ਨਾ ਕਿਤੇ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉੱਥੋਂ ਦੀ ਜਿਹੜੀ ਆਵਾਮ ਸੀ, ਜਿਹੜੀ ਫੈਕਲਟੀ ਸੀਗੀ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ, ਉਹਨਾਂ ਨੇ ਉਹਨੂੰ ਰੈਜ਼ਿਸਟ ਕੀਤਾ ਤੇ ਅੱਜ ਜਿਹੜੇ ਉਹ ਇਤਿਹਾਸਕ ਨਾਮ ਨੇ ਉਹ ਜਿਉਂ ਦੇ ਤਿਉਂ ਬਰਕਰਾਰ ਨੇ ਤੇ ਭਾਰਤ ਦੇ ਵਿੱਚ ਇਹ ਜਿਹੜੇ ਨਾਮ ਨੇ ਇਹ ਤਬਦੀਲ ਕੀਤੇ ਜਾ ਰਹੇ ਨੇ। ਸੋ ਜਦੋਂ ਅਸੀਂ ਹਿਸਟੋਰੀਕਲੀ ਵੀ ਦੇਖਦੇ ਹਾਂ, ਇਤਿਹਾਸਕ ਪੱਖ ਤੋਂ ਵੀ ਦੇਖਦੇ ਹਾਂ, ਤਾਂ ਉਧਰਲੇ ਪੰਜਾਬ ਦਾ ਤੇ ਇੱਧਰਲੇ ਪੰਜਾਬ ਦਾ ਤੁਸੀਂ ਕੰਪੈਰੀਜ਼ਨ ਕਿਵੇਂ ਕਰਦੇ ਹੋ ਇਤਿਹਾਸਕ ਪੱਖ ਤੋਂ, ਇਤਿਹਾਸਕ ਪਾਰਟ ਨੂੰ ਸਾਂਭਣ ਦੇ ਤਰੀਕੇ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ? ਦੇਖੋ ਅਮਰਵੀਰ ਜੀ, ਤੁਸੀਂ ਗੱਲ ਬਹੁਤ ਠੀਕ ਕਹੀ ਹੈ ਕਿ ਲਾਹੌਰ ਦੇ ਵਿੱਚ ਸਰਦਾਰ ਦਿਆਲ ਸਿੰਘ ਮਜੀਠੀਆ ਜੀ ਦੇ ਇੰਸਟੀਟਿਊਸ਼ਨ, ਐਜੂਕੇਸ਼ਨ ਇੰਸਟੀਟਿਊਸ਼ਨ ਅੱਜ ਵੀ ਖੜੇ ਨੇ ਤੇ ਉਹਨਾਂ ਦਾ ਨਾਂ ਸੂਰਜ ਦੀ ਤਰ੍ਹਾਂ ਚਮਕ ਰਿਹਾ ਜੀ। ਉੱਥੇ ਲੋਕਾਂ ਨੇ ਕੋਸ਼ਿਸ਼, ਕੁਝ ਲੋਕਾਂ ਨੇ ਕੀਤੀ, ਪਰ ਵੱਡੀ ਗਿਣਤੀ ਦੇ ਵਿੱਚ ਉੱਥੋਂ ਦੇ ਪੰਜਾਬੀਆਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਤੇ ਅੱਜ ਉਹ ਨਾਂ ਚਮਕ ਰਹੇ। ਮੈਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਯਾਦ ਦਵਾਦਾ ਤੇ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਸਾਡੇ ਬੜੇ ਇਤਿਹਾਸਕ ਗੁਰਦੁਆਰੇ ਨੇ ਔਰ ਉਹਨਾਂ ਗੁਰਦੁਆਰਿਆਂ ਦੇ ਚਾਰ ਚੁਫੇਰੇ ਬੜੇ ਸ਼ਾਨਦਾਰ ਇੰਤਜ਼ਾਮ ਤੇ ਪ੍ਰੋਗਰਾਮ ਹਰ ਗੁਰਪੁਰਬ ਤੇ ਹੋਇਆ ਕਰਦੇ ਨੇ ਜੀ। ਔਰ ਉੱਥੇ ਗੁਰਦੁਆਰਿਆਂ ਦੀ ਜਿਹੜੀ ਸੰਭਾਲ ਹੈ ਉਹ ਵੀ ਬੜੇ ਅੱਛੇ ਸਤਰ ਤੇ ਉੱਥੇ ਹੁੰਦੀ ਹੈ। ਤੁਸੀਂ ਦੇਖੋ ਬਾਬਾ ਜੀ ਦਾ ਪੁਰਾਤਨ ਗੁਰਦੁਆਰਾ, ਇਤਿਹਾਸਕ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਔਰ ਉसी ਦੌਰ ਦਾ ਗੁਰਦੁਆਰਾ ਹਰਿਦੁਆਰ ਸ਼੍ਰੀ ਗਿਆਨ ਗੋਦਰੀ ਸਾਹਿਬ, ਜਿੱਥੇ ਨਾਨਕਵਾੜਾ ਹੈ, ਇਤਿਹਾਸਕ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ, ਇੱਥੇ ਮਲੀਆ ਮੇਟ ਕਰ ਦਿੰਦੇ ਨੇ ਇਹ ਸਾਰੇ ਪਾਂਡੇ ਮਿਲ ਕੇ, ਗੁਰਦੁਆਰੇ ਨੂੰ ਲੁੱਟ ਲੈਂਦੇ ਨੇ, ਗੁਰਦੁਆਰਾ ਨੂੰ ਮਲੀਆ ਮੇਟ ਕਰਕੇ ਬਿਲਕੁਲ ਉੱਥੇ ਮਾਰਕੀਟਾਂ ਤੇ ਬਾਜ਼ਾਰ ਬਣਾ ਦਿੰਦੇ ਨੇ। ਔਰ ਤੁਸੀਂ ਤਰਫ ਜਿਸਨੂੰ ਤੁਸੀਂ ਦੁਸ਼ਮਣ ਦੇਸ਼ ਕਹਿੰਦੇ ਹੋ, ਤੁਸੀਂ ਦਾ ਮਤਲਬ ਹੈ ਸਰਕਾਰ, ਤੁਸੀਂ ਦਾ ਮਤਲਬ ਹੈ ਇਹ RSS, BJP, ਇਹ ਸਾਰੇ ਜ਼ੋਰ ਨਾਲ ਰਾਤ ਦਿਨ ਸ਼ੋਰ ਮਚਾਉਂਦੇ ਨੇ। ਦੁਸ਼ਮਣ ਦੇਸ਼ ਤੇ ਦੁਸ਼ਮਣ ਦੇਸ਼ ਦੇ ਵਿੱਚ ਸਾਡੇ ਗੁਰੂ ਸਥਾਨ ਬਿਲਕੁਲ ਸੁਰੱਖਿਅਤ ਨੇ, ਬੜੀ ਹਿਫਾਜ਼ਤ ਵਿੱਚ ਨੇ, ਬੜੇ ਸ਼ਾਨਦਾਰ ਨੇ। ਉੱਥੇ ਸਾਡੇ ਸਰਦਾਰਾਂ ਦੇ ਜਿਹੜੇ ਤੁਸੀਂ ਦੇਖੋ ਇੰਸਟੀਟਿਊਸ਼ਨ, ਸਰਦਾਰ ਮਜੀਠੀਆ ਜੀ ਦੇ ਇੰਸਟੀਟਿਊਸ਼ਨ, ਹੋਰ ਬੜੇ ਇੰਸਟੀਟਿਊਸ਼ਨ ਨੇ, ਉਹ ਬਿਲਕੁਲ ਕਾਇਮ ਨੇ। ਔਰ ਇੱਥੇ ਤੁਸੀਂ ਦੇਖੋ ਇਹ ਫਰਕ ਹੈ, ਇਹ ਫਰਕ ਹੈ ਸੋਚ ਦਾ, ਇਹ ਫਰਕ ਹੈ ਤਾਕਤ ਦਾ, ਇਹ ਅਹਿਸਾਸ ਕਰਾਉਣ ਦਾ ਇੱਕ ਕੰਮ ਚੱਲ ਪਿਆ ਹੈ ਕਿ ਇੱਥੇ ਸਿਰਫ ਜੋ ਹਿੰਦੂ ਚਾਹੇਗਾ वही होएगा और जो RSS चाहेगा, जो बीजेपी चाहेगी वही होएगा। एक मैसेज दिता जा रहा है सिੱਖਾਂ ਨੂੰ। ਜੀ ਬਿਲਕੁਲ ਬੱਬਰ ਸਾਹਿਬ, ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਦੇਖਣ ਨੂੰ ਮਿਲਦੀ ਹੈ। ਜਿਵੇਂ ਤੁਸੀਂ ਆਪਣੇ ਬਿਆਨ ਦੇ ਵਿੱਚ ਜੋ ਤੁਸੀਂ ਹੁਣ ਕਹਿ ਰਹੇ ਹੋ ਉਹਦੇ 'ਚ ਜ਼ਿਕਰ ਕੀਤਾ ਹੈ ਕਿ ਉੱਧਰਲੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਥੋਂ ਪੰਜਾਬੀਆਂ ਵੱਲੋਂ ਇਹਦਾ ਨਾਮ ਬਦਲਣ ਨੂੰ ਰਜਿਸਟ ਕੀਤਾ ਗਿਆ ਤੇ ਉਹਨਾਂ ਦਾ ਜਿਹੜਾ ਦਿਆਲ ਸਿੰਘ ਮਜੀਠੀਆ ਦਾ ਨਾਮ ਹੈ ਉਹ ਅੱਜ ਵੀ ਜਿਉਂ ਦਾ ਤਿਉਂ ਉਹਨਾਂ ਇੰਸਟੀਟਿਊਸ਼ਨਸ ਦੇ ਉੱਪਰ ਉਹ ਨਾਮ ਬਰਕਰਾਰ ਹੈ। ਪਰ ਜਦੋਂ ਅਸੀਂ ਇੱਧਰ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਵਿਰੋਧ ਅੱਜ ਜਤਾਇਆ ਜਾ ਰਿਹਾ ਹੈ ਇਸ ਮੂਵ ਦੇ ਉੱਪਰ, ਸਰਕਾਰ ਦੀ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੀ ਇਹ ਅਮਲ ਕੀਤੇ ਜਾ ਰਹੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ, ਤਾਂ ਰਜਿਸਟ ਇਕੱਲਾ ਸਿੱਖ ਹੀ ਕਿਉਂ ਕਰ ਰਿਹਾ ਹੈ? ਕਿਉਂ ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਹਾਲਾਂਕਿ ਡਾਕਟਰ ਧਰਮਵੀਰ ਗਾਂਧੀ ਇੱਕ ਆਵਾਜ਼ ਨੇ ਜੋ ਹਮੇਸ਼ਾ ਇਹਨਾਂ ਇਸ਼ੂਜ਼ ਦੇ ਹੱਕ ਦੇ ਵਿੱਚ ਬੁਲੰਦ ਅਸੀਂ ਦੇਖਦੇ ਹਾਂ,
ਪਰ ਜਦੋਂ ਅਸੀਂ ਮੈਜੋਰਿਟੀ ਦੀ ਗੱਲ ਕਰਦੇ ਹਾਂ ਤਾਂ ਕਿਉਂ ਕੱਲਾ ਸਿੱਖ ਹੀ ਇਹਨਾਂ ਦੇ ਖਿਲਾਫ ਅੱਜ ਆਵਾਜ਼ ਬੁਲੰਦ ਕਰ ਰਿਹਾ ਹੈ? ਦੇਖੋ, ਇਸ ਵਕਤ ਹਿੰਦੁਸਤਾਨ ਦੇ ਵਿੱਚ ਇੱਕ ਡਰ ਦਾ, ਦਹਿਸ਼ਤ ਦਾ ਮਾਹੌਲ ਬਣਿਆ ਹੈ RSS ਦੇ ਦੁਆਰਾ, ਸਰਕਾਰ ਦੇ ਦੁਆਰਾ। ਇਹ ਸਾਰੇ ਇੰਸਟੀਟਿਊਸ਼ਨ ਤਬਾਹ ਹੋ ਰਹੇ ਨੇ ਔਰ ਸਰਕਾਰ ਮਨਮਰਜ਼ੀ ਕਰ ਰਹੀ ਹੈ ਔਰ ਲੋਕਾਂ ਦੇ ਵਿੱਚ ਡਰ ਬਣ ਗਿਆ। ਡਰ ਕਿੱਦਾਂ? ਤੁਸੀਂ ਦੇਖੋ, ਇਹਨਾਂ ਨੇ ਆਉਂਦਿਆਂ ਹੀ ਚਰਚਾਂ ਤੇ ਹਮਲੇ ਕੀਤੇ ਤੇ ਕ੍ਰਿਸਚਨ ਲੋਕਾਂ ਨੂੰ ਡਰਾਉਣ ਦੀ ਗੱਲ ਕੀਤੀ। ਇਹਨਾਂ ਨੇ ਈਸਾਈਆਂ ਮਿਸ਼ਰੀਆਂ ਤੇ ਹਮਲੇ ਕੀਤੇ, ਉਹਨਾਂ ਨੂੰ ਡਰਾਉਣ ਦੀ ਗੱਲ ਕੀਤੀ। ਇਹਨਾਂ ਨੇ ਮੁਸਲਮਾਨ ਭਰਾਵਾਂ ਦੇ ਉੱਤੇ ਹਮਲੇ ਕੀਤੇ, ਉਹਨਾਂ ਨੂੰ ਡਰਾਉਣ ਦੀ ਗੱਲ ਕੀਤੀ। ਇਹਨਾਂ ਨੇ ਇੱਕ ਐਸਾ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਕਿ ਜਿੱਦਾਂ ਕ੍ਰਿਸਚਨ ਨਹੀਂ ਬੋਲ ਰਿਹਾ, ਮੁਸਲਮਾਨ ਨਹੀਂ ਬੋਲ ਰਿਹਾ, ਦਲਿਤ ਨਹੀਂ ਬੋਲ ਰਿਹਾ। ਤੁਸੀਂ ਦੇਖੋ, ਇਹ ਨਹੀਂ ਅਸੀਂ ਕਹਿ ਸਕਦੇ ਕਿ ਲੋਕ ਵਿਰੋਧ ਨਹੀਂ ਕਰ ਰਹੇ। ਵਿਰੋਧ ਇਸ ਸਰਕਾਰ ਦਾ ਬਹੁਤ ਹੈ। ਮਾਇਆਵਤੀ ਦੀ ਇੱਕ ਕਲਾਸ ਹੈ ਜਿਹੜੀ ਕਲਾਸ ਬਹੁਤ ਜ਼ਬਰਦਸਤ ਵਿਰੋਧ ਕਰ ਰਹੀ ਹੈ। ਮਮਤਾ ਬੈਨਰਜੀ ਬਹੁਤ ਵੱਡੀ ਦੇਸ਼ ਦੀ ਲੀਡਰ ਹੈ ਬੰਗਾਲ ਦੀ, ਉਹ ਵਿਰੋਧ ਕਰ ਰਹੀ ਹੈ। ਸ਼ਿਵ ਸੈਨਾ ਵਾਲੇ ਇਹਨਾਂ ਦੇ ਆਪਣੇ ਹੋ ਕੇ ਵੀ ਡਟ ਕੇ ਵਿਰੋਧ ਕਰ ਰਹੇ ਨੇ ਜੀ। ਇਸ ਤੋਂ ਇਲਾਵਾ ਤੁਸੀਂ ਸਾਊਥ ਦੇਖ ਲਓ, ਨਾਰਥ ਦੇਖ ਲਓ, ਤੁਸੀਂ ਜਿਸ ਤਰਫ ਨਜ਼ਰ ਤੁਸੀਂ ਲਗਾਓਗੇ ਤੇ ਲੋਕ ਇਹਨਾਂ ਦੇ ਖਿਲਾਫ ਖੜੇ ਨੇ। ਲੈਫਟ ਸਾਰੇ ਇਹਨਾਂ ਦੇ ਖਿਲਾਫ ਖੜੇ ਨੇ। ਤੁਸੀਂ ਕਾਂਗਰਸ ਪਾਰਟੀ ਇਹਨਾਂ ਦੇ ਖਿਲਾਫ ਹੈ ਔਰ ਬਹੁਤ ਐਸੇ ਛੋਟੀ ਛੋਟੀਆਂ ਪੋਲੀਟੀਕਲ ਪਾਰਟੀਆਂ ਨੇ ਜਿਸਦੇ ਬਾਵਜੂਦ ਹਿੰਦੁਸਤਾਨ ਦਾ ਸਾਰਾ ਕਿਸਾਨ ਤੇ ਸਾਰਾ ਮਜ਼ਦੂਰ ਇਹਨਾਂ ਦੇ ਖਿਲਾਫ ਖੜਾ ਹੈ। ਪਰ ਇਹਨਾਂ ਦੇ ਕੋਲ ਤਾਕਤ ਹੈ। ਇਹਨਾਂ ਕੋਲ ਇਸ ਵਕਤ ਤਾਕਤ ਆ ਗਈ ਹੈ ਸੈਂਟਰ ਦੇ ਵਿੱਚ, ਸਟੇਟਾਂ ਦੇ ਵਿੱਚ। ਗਵਰਨਰ ਇਹਨਾਂ ਦੇ ਔਰ ਸੈਂਟਰ ਸਾਰਾ ਇਹਨਾਂ ਦੇ ਕੋਲ। ਪਾਰਲੀਮੈਂਟ ਦੇ ਦੋਨੋਂ ਹਾਊਸ ਦੇ ਵਿੱਚ ਇਹਨਾਂ ਦਾ ਕਬਜ਼ਾ ਹੈ। ਰਾਸ਼ਟਰਪਤੀ ਇਹਨਾਂ ਦੇ ਕੋਲ ਹੈ, ਉਪ ਰਾਸ਼ਟਰਪਤੀ ਇਹਨਾਂ ਦੇ ਕੋਲ ਹੈ ਔਰ ਹੋਰ ਬੜਾ ਕੁਛ ਇਹਨਾਂ ਦੇ ਕੋਲ ਹੈ। ਇਸ ਕਰਕੇ ਇਹ ਜਿਹੜੇ ਬਾਕੀ ਲੋਕ ਨੇ ਉਹ ਹਾਲੀ ਚੁੱਪ ਨੇ। ਇਹ ਗੱਲ ਤੁਹਾਡੀ ਠੀਕ ਹੈ, ਪਰ ਉਹਨਾਂ 'ਚ ਗੁੱਸਾ ਹੈ। ਉਹ ਸਿੱਖਾਂ ਦੀ ਗੱਲ ਸਮਝਦੇ ਨੇ। ਉਹ ਇਹ ਵੀ ਸਮਝ ਰਹੇ ਨੇ ਕਿ ਇਹ ਸਾਨੂੰ ਵੀ ਮਾਰ ਰਹੇ ਨੇ ਤੇ ਹੁਣ ਸਿੱਖਾਂ ਨੂੰ ਵੀ ਮਾਰਨਗੇ ਔਰ ਸਿੱਖਾਂ ਨੂੰ ਚਿਰਾਣਗੇ, ਸਿੱਖ ਵਿਰੋਧ ਕਰਨਗੇ, ਸਿੱਖਾਂ ਜ਼ਖਮੀ ਹੋਣਗੇ, ਸਿੱਖਾਂ ਦੇ ਉੱਤੇ ਲਾਠੀਆਂ ਪੈਣਗੀਆਂ, ਸਿੱਖ ਜੇਲ੍ਹਾਂ ਜਾਣਗੇ। ਸਿੱਖਾਂ ਦਾ ਜਿਹੜਾ ਇਹਨਾਂ ਦਾ ਸਰਕਾਰ ਦਾ ਜਿਹੜਾ ਰੁਖ ਹੈ ਉਹ ਸਿੱਖਾਂ ਦੀ ਤਰਫ ਮੁੜ ਗਿਆ ਜੀ। ਬੱਬਰ ਸਾਹਿਬ, ਜਦੋਂ ਤੁਸੀਂ ਇਹ ਗੱਲ ਕਰਦੇ ਹੋ, ਤੁਸੀਂ ਪਹਿਲਾਂ ਕਿਹਾ ਕਿ ਜਿੱਦਾਂ ਦਾ ਇਹਨਾਂ ਦਾ ਵਰਤਾਰਾ ਹੈਗਾ ਹਕੂਮਤ ਦਾ, ਉਹ ਹਿੰਦੂ ਰਾਸ਼ਟਰ ਭਾਰਤ ਨੂੰ ਬਣਾ ਸਕਣਗੇ ਜਾਂ ਨਹੀਂ ਬਣਾ ਸਕਣਗੇ ਪਰ ਪਤਾ ਨਹੀਂ, ਪਰ ਇਹਨਾਂ ਅਮਲਾਂ ਦੇ ਨਾਲ ਖਾਲਿਸਤਾਨ ਜ਼ਰੂਰ ਬਣ ਜਾਵੇਗਾ। ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਇਸ ਨੁਕਤਾ ਨਿਗਾਹ ਤੋਂ ਦੇਖਦੇ ਹਾਂ, ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹਨੂੰ ਤੁਸੀਂ ਕਿਵੇਂ ਚਿੱਤਰਦੇ ਹੋ? ਤੇ ਖਾਸ ਤੌਰ ਤੇ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਨਾਲ ਜਦੋਂ ਹੋਰ ਘੱਟ ਗਿਣਤੀਆਂ ਦੀ ਗੱਲ ਅਸੀਂ ਕਰਦੇ ਹਾਂ, ਇਹਦੇ ਸੋਲਿਊਸ਼ਨ ਨੂੰ ਤੁਸੀਂ ਕਿਵੇਂ ਭਾਂਪਦੇ ਹੋ ਵੀ ਜਿਹੜਾ ਇਹ ਵਰਤਾਰਾ ਅੱਜ ਜਿਹੜੀ ਇਹ ਖੇਡ ਖੇਡੀ ਜਾ ਰਹੀ ਹੈ, ਵਰਤਾਰਾ ਚੱਲ ਰਿਹਾ ਹੈ, ਇਹਦਾ ਸੋਲਿਊਸ਼ਨ ਕਿਵੇਂ ਕੱਢਿਆ ਜਾ ਸਕਦਾ ਹੈ ਘੱਟ ਗਿਣਤੀਆਂ ਦੇ ਹਵਾਲੇ ਨਾਲ ਤੇ ਖਾਸ ਤੌਰ ਤੇ ਸਿੱਖਾਂ ਦੇ ਹਵਾਲੇ ਨਾਲ? ਦੇਖੋ, ਬੜੀ ਸਾਫ਼ ਗੱਲ ਹੈ। RSS ਪੂਰੇ ਨਸ਼ੇ 'ਚ ਹੈ। BJP ਪੂਰੀ ਤਰ੍ਹਾਂ ਜਿੱਦਾਂ ਮਦਹੋਸ਼ ਹੋ ਗਈ ਹੈ ਔਰ ਸਰਕਾਰ ਜਿਹੜੀ ਹੈ ਉਹ ਕਿਸੇ ਦੀ ਗੱਲ ਸੁਣ ਨਹੀਂ ਰਹੀ। ਉਹਨਾਂ ਦੇ ਤੁਸੀਂ ਅਦਾਰਿਆਂ ਦੇ ਵਿੱਚ ਜਾਂਦੇ ਹੋ ਤੇ ਤੁਹਾਨੂੰ ਲੱਗਦਾ ਹੈ ਕ੍ਰਿਸਚਨ ਆ ਗਿਆ, ਉਹਨਾਂ ਨੂੰ ਲੱਗਦਾ ਕ੍ਰਿਸਚਨ ਆ ਗਿਆ, ਮੁਸਲਮਾਨ ਆ ਗਿਆ, ਸਰਦਾਰ ਆ ਗਿਆ। ਉਹ ਏਦਾਂ ਡੀਲ ਕਰ ਰਹੇ ਨੇ, ਏਦਾਂ ਸਾਨੂੰ ਮੁਲਾਕਾਤਾਂ ਸਾਡੇ ਨਾਲ ਕਰ ਰਹੇ ਨੇ ਜਿੱਦਾਂ ਅਸੀਂ ਵਿਦੇਸ਼ੀ ਹਾਂ, ਜਿੱਦਾਂ ਸਾਡਾ ਵਜੂਦ ਹੀ ਨਹੀਂ। ਉਹ ਏਦਾਂ ਦਾ ਵਰਤਾਵਾ ਕਰ ਰਹੇ ਨੇ ਕਿ ਇਹ ਜਿਹੜੇ ਹੈ ਬੰਦੇ, ਅਸੀਂ ਰਾਜਾ, ਇਹ ਰੰਕ ਲੋਕ ਨੇ, ਇਹਨਾਂ ਦੀ ਅਸੀਂ ਸਾਡੇ ਦਰ ਤੇ ਆਏ ਨੇ, ਇਹਨਾਂ ਦੀ ਅਸੀਂ ਗੱਲ ਸੁਣ ਰਹੇ ਹਾਂ। ਏਦਾਂ ਦਾ ਇੱਕ ਇਨਵਾਇਰਮੈਂਟ ਬਣ ਰਿਹਾ ਹੈ। ਪਰ ਇਸ ਦੇ ਨਾਲ ਨਿਬੜਨ ਵਾਸਤੇ ਜਿਸ ਤਰ੍ਹਾਂ ਇਹ ਕ੍ਰਿਸਚਨਾਂ ਤੇ ਮੁਸਲਮਾਨਾਂ ਤੇ ਸਿੱਖਾਂ ਤੇ ਦਲਿਤਾਂ ਤੇ ਪਿਛੜਿਆਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਖਿਲਾਫ ਇਹਨਾਂ ਨੇ ਡੰਡਾ ਚੁੱਕ ਲਿਆ ਹੈ, ਪਿਟਾਈ ਕਰਨ ਵਾਸਤੇ, ਇਹਨਾਂ ਦੀ ਰੋਜੀ ਤੇ ਰੋਟੀ ਖੋਣ ਵਾਸਤੇ ਨੋਟਬੰਦੀ ਕਰਕੇ GST ਲਗਾ ਕੇ ਲੋਕਾਂ ਨੂੰ ਭੁੱਖਾ ਮਾਰ ਰਹੇ ਨੇ। ਕਾਰੋਬਾਰ ਤਬਾਹ ਨੇ, ਲੋਕ ਬੜੇ ਪਰੇਸ਼ਾਨ ਨੇ। ਸੰਪਤੀਆਂ, ਲੋਕਾਂ ਦੀਆਂ ਪ੍ਰਾਪਰਟੀਆਂ ਦੇ ਰੇਟ ਅੱਧੇ ਤੋਂ ਵੀ ਘੱਟ ਹੋ ਗਏ ਨੇ। ਬਾਜ਼ਾਰ ਵਿੱਚ ਕੰਮ ਬਿਲਕੁਲ ਨਹੀਂ।
ਲੋਕਾਂ 'ਚ ਗੁੱਸੇ ਦੀ ਲਹਿਰ ਹੈ ਜੀ। ਮੈਂ ਇਹ ਤੁਹਾਨੂੰ ਦੱਸ ਸਕਦਾ ਬੜੇ ਦਾਅਵੇ ਨਾਲ ਕਿ ਸਿਰਫ ਮੁਸਲਮਾਨ, ਕ੍ਰਿਸਚਨ ਔਰ ਸਿੱਖ ਦੀ ਗੱਲ ਨਹੀਂ, ਹੁਣ ਜਿਹੜੀ ਗੱਲ ਹੈ ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਇਹਨਾਂ ਦੇ ਖਿਲਾਫ ਮਾਹੌਲ ਬਣਦਾ ਜਾ ਰਿਹਾ ਹੈ। ਇਹ ਕੁਦਰਤ ਬਣਾ ਰਹੀ ਹੈ ਜੀ, ਇਹ ਅਕਾਲ ਪੁਰਖ ਬਣਾ ਰਹੇ ਨੇ ਕਿ ਇਹਨਾਂ ਦੇ ਖਿਲਾਫ ਇੱਕ ਮਾਹੌਲ ਬਣਦਾ ਜਾ ਰਿਹਾ ਹੈ। ਲੋਕ ਇਹਨਾਂ ਦੇ ਖਿਲਾਫ ਖੜੇ ਹੋਣੇ ਸ਼ੁਰੂ ਹੋ ਗਏ ਨੇ। ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਪਰ ਵਕਤ ਲੱਗੇਗਾ। ਮਾਈਨੋਰਿਟੀ ਵੀ ਖੜੇ ਹੋਣਗੇ, ਇਹ ਸਾਰੇ ਮਾਈਨੋਰਿਟੀ ਵਾਲੇ ਖੜੇ ਹੋਣਗੇ, ਇਹ ਸਾਰੇ ਜਿਤਨੇ ਵੀ ਕਿਸਾਨ ਮਜ਼ਦੂਰ ਨੇ ਸਭ ਖੜੇ ਹੋਣਗੇ, ਕਿਉਂਕਿ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਤੁਗਲਕੀ ਹੈ। ਇਹ ਤੁਗਲਕੀ ਫਰਮਾਨ ਜਾਰੀ ਕਰਦੇ ਨੇ। ਇਹ ਜੋ ਚਾਹ ਰਹੇ ਨੇ, ਜੋ ਸੋਚਦੇ ਨੇ ਉਹ ਜਾਰੀ ਕਰ ਰਹੇ ਨੇ। ਜੇ ਤੁਸੀਂ ਸਿੱਖ ਨੁਕਤਾ ਦੇ ਅਨੁਸਾਰ ਦੇਖੋ, ਮੁਤਾਬਕ ਦੇਖੋ, ਤੇ ਤੁਹਾਨੂੰ ਲੱਗੇਗਾ ਸਾਨੂੰ ਕਿਸੇ ਵੀ ਸਤਰ ਤੇ, ਕਿਸੇ ਵੀ ਲੈਵਲ ਤੇ ਸਾਨੂੰ ਇਹ ਜਸਟਿਸ ਦੇਣ ਨੂੰ ਤਿਆਰ ਨਹੀਂ ਜੀ। ਇਹਨਾਂ ਨੇ ਵਾਅਦਾ ਕੀਤਾ ਸੀ ਨਵੰਬਰ 84 ਦੇ ਕਤਲੇਆਮ ਕਰਨ ਵਾਲਿਆਂ ਨੂੰ ਅਸੀਂ ਜਿਸਲੇ ਪਾਵਰ ਚ ਆਏ ਚੁੱਕ ਕੇ ਅੰਦਰ ਜੇਲ੍ਹ ਵੀ ਸੁੱਟਾਂਗੇ ਜੀ। ਇਹਨਾਂ ਨੇ ਸਿੱਖਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਸਾਨੂੰ ਪਾਵਰ ਚ ਆਉਣ ਦਿਓ, ਅਸੀਂ ਜਿਸ ਵਕਤ ਪਾਵਰ ਚ ਆਵਾਂਗੇ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ। ਤੁਸੀਂ ਨਾ 84 ਦੀ ਗੱਲ ਕਰਦੇ ਹੋ, ਨਾ ਗਿਆਨ ਗੋਦੀ ਸਾਹਿਬ ਦੀ ਗੱਲ ਕਰਦੇ ਹੋ, ਨਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹੋ, ਨਾ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਹੋ, ਨਾ ਸਿੱਖਾਂ ਦੀ ਸਿੱਖਾਂ ਦਾ। ਤੁਸੀਂ ਦੇਖੋ ਕਿ ਮੈਂ ਦਿੱਲੀ ਦਾ ਤੁਹਾਨੂੰ ਦੱਸਦਾ ਜੀ ਕਿ ਸਾਰੀ ਦਿੱਲੀ ਦੇ ਵਿੱਚ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਜਾਂ ਡਿਪਾਰਟਮੈਂਟ ਨੇ, ਜਲ ਬੋਰਡ ਲੈ ਲਓ, ਬਿਜਲੀ ਬੋਰਡ ਲੈ ਲਓ, ਇਨਕਮ ਟੈਕਸ ਲੈ ਲਓ, ਸੇਲ ਟੈਕਸ ਲੈ ਲਓ, ਐਕਸਾਈਜ਼ ਲੈ ਲਓ, ਦਿੱਲੀ ਪੁਲਿਸ ਲੈ ਲਓ, ਫਾਇਰ ਬ੍ਰਿਗੇਡ ਲੈ ਲਓ, ਜੋ ਮਰਜ਼ੀ ਲੈ ਲਓ, ਜੁਡੀਸ਼ਰੀ ਲੈ ਲਓ, ਜਿੱਥੇ ਦਾ ਵੀ ਡਿਪਾਰਟਮੈਂਟ ਹੈ ਐਡਮਿਨਿਸਟ੍ਰੇਸ਼ਨ ਦਾ ਜੀ, ਇੱਥੇ ਤੁਹਾਨੂੰ ਟਾਵਾਂ ਕੋਈ ਸਰਦਾਰ ਮਿਲੇਗਾ ਕਿਸੇ ਦਫ਼ਤਰ ਵਿੱਚ। ਪੀਡੀਏ ਜਾਓਗੇ ਤੁਹਾਨੂੰ ਟਾਵਾਂ ਮਿਲੇਗਾ, ਐਮਸੀਡੀ ਵਿੱਚ ਟਾਵਾਂ ਮਿਲੇਗਾ। ਜਿੱਦਾਂ ਹਜ਼ਾਰਾਂ ਵਿੱਚ ਇੱਕ ਸਰਦਾਰ ਕਿੱਥੇ ਵਿਚਾਰਾ ਬੈਠਾ ਮਿਲੇਗਾ, ਕਿਉਂਕਿ ਨੌਕਰੀਆਂ ਹੀ ਨਹੀਂ ਹੈਗੀਆਂ, ਨੌਕਰੀਆਂ ਦਿੰਦੇ ਹੀ ਨਹੀਂ, ਕਿਉਂਕਿ ਰੱਖਦੇ ਹੀ ਨਹੀਂ ਜੀ। ਦਿੱਲੀ ਦੇ ਥਾਣਿਆਂ ਚਲੇ ਜਾਓ, ਤੁਹਾਨੂੰ ਲੱਗਦਾ ਹੈ ਕਿ ਮੈਂ ਸ਼ਾਇਦ ਕਿਸੇ ਬਾਹਰਲੇ ਮੁਲਕ ਆ ਗਿਆ, ਉੱਥੇ ਤੁਹਾਨੂੰ ਇੱਕ ਸਿਪਾਹੀ ਨਹੀਂ ਦਿਖਦਾ। ਇਹ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ, ਸਿੱਖਾਂ ਦੇ ਮਨ ਵਿੱਚ ਏਦਾਂ ਮਹਿਸੂਸ ਹੋ ਰਿਹਾ ਹੈ ਕਿ ਯਾਰ ਸਾਨੂੰ ਤੇ ਸਾਡਾ ਭਾਈਚਾਰਾ ਕਿੱਥੇ ਦਿਖਦਾ ਹੀ ਨਹੀਂ, ਨਾ ਕੋਰਟਾਂ 'ਚ, ਨਾ ਕਚਹਿਰੀਆਂ 'ਚ, ਨਾ ਦਫ਼ਤਰਾਂ 'ਚ, ਸਾਡੇ ਸੁਣਨ ਵਾਲਾ ਕੋਈ ਨਹੀਂ। ਸਿਰਫ ਜਿਹੜੀ ਵੱਡੀ ਲੀਡਰਸ਼ਿਪ ਹੈ ਉਹਨਾਂ ਦੀ ਯਾਰੀ ਹੈ। ਤੁਸੀਂ ਦੱਸੋ ਹੁਣ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਜਾਂ ਹਰਸਿਮਰਤ ਕੌਰ ਦਾ ਜਾਂ ਸੁਖਬੀਰ ਬਾਦਲ ਦਾ, ਉਹ ਤੁਸੀਂ ਇਹ ਦੇਖੋ ਵਿਕਰਮਜੀਤ ਸਿੰਘ ਮਜੀਠੀਆ ਦਾ, ਉਹਨਾਂ ਦੇ ਪਰਿਵਾਰਾਂ ਦੇ ਬੰਦੇ ਨੇ ਜੀ, ਕਿਸੇ ਦਾ ਹਾਲੇ ਤੱਕ ਸਟੇਟਮੈਂਟ ਨਹੀਂ ਆਇਆ। ਤੇ ਸਟੇਟਮੈਂਟ ਨਾ ਆਣਾ ਇਹ ਇਸ ਕਰਕੇ ਹੈ ਕਿ ਇਹਨਾਂ ਦੀ ਯਾਰੀ ਹੈ, ਯਾਰਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਪਰ ਇਹ ਭੁੱਲ ਰਹੇ ਨੇ ਸਿੱਖ ਕੌਮ ਦੇ ਵਿੱਚ ਅੰਦਰ ਹੀ ਅੰਦਰ ਇੱਕ ਬੜਾ ਆਕਰੋਸ਼ ਹੈ, ਬੜਾ ਗੁੱਸਾ ਫੈਲਦਾ ਜਾ ਰਿਹਾ। ਸਿੱਖ ਮਹਿਸੂਸ ਕਰਨ ਲੱਗ ਪਏ ਨੇ ਸਾਡੇ ਕੁਆਟਰ ਹੀ ਬੰਦ ਹੋ ਗਏ ਨੇ, ਸਾਡੀਆਂ ਚੌਕਟਾਂ ਹੀ ਬੰਦ ਹੋ ਗਈਆਂ ਨੇ ਜੀ, ਅਸੀਂ ਅਪਰੋਚ ਕਰਨ ਵਾਲੇ ਸਾਡੇ ਭਾਈਚਾਰੇ ਦੇ ਘਰ ਹੀ ਬੰਦ ਹੋ ਗਏ ਨੇ। ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਸਿੱਖਾਂ ਵਿੱਚ ਨਾਰਾਜ਼ਗੀ ਬਹੁਤ ਹੈ, ਪਰ ਹਾਲੀ ਦਿੱਖ ਘੱਟ ਰਹੀ ਹੈ। ਔਰ ਇਹ ਜਿਹੜਾ ਮਾਹੌਲ ਬਣਦਾ ਜਾ ਰਿਹਾ ਹੈ, ਦੇਸ਼ ਵਾਸਤੇ ਚੰਗਾ ਨਹੀਂ ਕਰ ਰਹੇ RSS ਵਾਲੇ, ਇਹ BJP ਵਾਲੇ ਚੰਗਾ ਨਹੀਂ ਕਰ ਰਹੇ, ਇਹ ਦੇਸ਼ ਨੂੰ ਤੋੜਨ ਵੱਲ ਵੱਧ ਰਹੇ ਨੇ। ਅਸੀਂ ਲੋਕ ਚਾਹੁੰਦੇ ਹਾਂ ਕਿ ਨਾ ਟੁੱਟੇ, ਸਾਰੇ ਮਿਲ ਬੈਠ ਕੇ ਰਹੀਏ, ਸਾਰੇ ਭਾਈਚਾਰੇ ਦੇ ਵਿੱਚ ਅਸੀਂ ਰਹੀਏ, ਆਪਸ ਵਿੱਚ ਸਾਡਾ ਮਿਲਵਰਤਨ ਰਹੇ, ਅਸੀਂ ਇੱਕ ਦੂਸਰੇ ਦੀ ਇੱਜ਼ਤ ਔਰ ਸਨਮਾਨ ਕਰੀਏ, ਪਰ ਏਦਾਂ ਨਹੀਂ ਹੋ ਰਿਹਾ ਜੀ। ਇਸ ਵਕਤ ਇਸ ਤਰ੍ਹਾਂ ਦਾ ਦੌਰ ਨਹੀਂ ਹੈ ਔਰ ਸਰਕਾਰ ਦੇ ਖਿਲਾਫ ਇੱਕ ਮਾਹੌਲ ਬਣਦਾ ਜਾ ਰਿਹਾ ਹੈ ਜੀ, ਉਲਟੀ ਸ਼ੁਰੂ ਹੋ ਚੁੱਕੀ ਹੈ ਜੀ। ਬੱਬਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ।
ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।